ਸੋ ਅੱਜ ਅਸੀਂ ਗੱਲ ਕਰਾਂਗੇ ਉਸ ਪਾਰਟੀ ਦੀ ਜਿਹੜੀ 100 ਸਾਲ ਪੁਰਾਣੀ ਪਾਰਟੀ ਪਰ ਅੱਜ ਉਹਦੇ ਉੱਤੇ ਤੁਮਦਾ ਇਹ ਲੱਗਦੀਆਂ ਨੇ ਵੀ ਇਹ ਭਰਾ ਭਤੀਜਿਆਂ ਦੀ ਪਾਰਟੀ ਹੈ। ਵੈਸੇ ਕੋਈ ਗਲਤ ਵੀ ਨਹੀਂ ਹੈ ਕਿਉਂਕਿ ਠੀਕ ਵੀ ਕਿਸ ਤਰ੍ਹਾਂ ਇਹ ਵੀ ਆਪਾਂ ਤੁਹਾਨੂੰ ਅੱਗੇ ਦੱਸਾਂਗੇ। ਸੋ ਗੱਲ ਇਹ ਹੈ ਵੀ ਕਹਿਣ ਨੂੰ ਸ਼੍ਰੋਮਣੀ ਅਕਾਲੀ ਦਲ ਹੈ ਪਰ ਅੱਜ ਕੱਲ੍ਹ ਅਕਾਲੀਆਂ ਚੋਂ ਅਕਾਲੀ ਨਿਕਲਦੇ ਜਾ ਰਹੇ, ਯਾਨੀ ਕਿ ਪਾਰਟੀ ਟੁੱਟਦੀ ਜਾ ਰਹੀ ਹੈ। ਕਿਤੇ ਅਕਾਲੀ ਦਲ ਟਕਸਾਲੀ ਤੇ ਕਿਤੇ ਢੀਂਡਸਾ ਸਾਹਿਬ ਆਪਣਾ ਵੱਖਰਾ ਅਕਾਲੀ ਦਲ ਬਣਾਈ ਜਾਂਦੇ ਨੇ। ਅਸਲ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਹੱਥਾਂ ਵਿੱਚ ਅਕਾਲੀ ਦਲ ਦੀ ਜਦੋਂ ਬਾਗਡੋਰ ਆਈ ਤੇ ਉਸ ਤੋਂ ਬਾਅਦ ਕਿਹਾ ਇਹ ਗਿਆ ਵੀ ਹੁਣ ਇਹ ਅਕਾਲੀ ਦਲ ਨਹੀਂ ਰਹਿ ਗਿਆ, ਇਹ ਇੱਕ ਪ੍ਰਾਈਵੇਟ ਲਿਮਿਟਿਡ ਪਾਰਟੀ ਬਣ ਗਈ ਹੈ। ਉਹ ਇਸ ਕਰਕੇ ਕਿਉਂਕਿ ਜਿੰਨੀਆਂ ਵੀ ਸ਼ਕਤੀਆਂ ਸੀ ਪਾਰਟੀ ਦੀਆਂ, ਯਾਨੀ ਡਿਸੀਜਨ ਲੈਣ ਦੇ ਜਿੰਨੀਆਂ ਵੀ ਪਾਵਰ ਸੀਗੀਆਂ, ਉਹ ਸਾਰੀਆਂ ਬਾਦਲ ਪਰਿਵਾਰ ਨੇ ਆਪਣੇ ਹੱਥ 'ਚ ਰੱਖ ਲਈਆਂ। ਇਸ ਕਰਕੇ ਜਿੰਨੇ ਸੀਨੀਅਰ ਲੀਡਰ ਸਿੱਖੇ ਉਹਨਾਂ ਵਿੱਚੋਂ ਆਪਾਂ ਇੱਕ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੂੰ ਵੀ ਮੰਨ ਲਈਏ, ਉਹਨਾਂ ਦੀ ਨਾਰਾਜ਼ਗੀ ਤੇ ਉਸ ਤੋਂ ਪਹਿਲਾਂ ਕਈ ਸਾਰੀਆਂ ਤਲਖੀਆਂ ਵੀ ਬਾਹਰ ਆਉਂਦੀਆਂ ਰਹੀਆਂ। ਸੁਖਬੀਰ ਸਿੰਘ ਬਾਦਲ ਜਦੋਂ ਦੇ ਪ੍ਰਧਾਨ ਬਣੇ ਹੈ, ਉਹਨਾਂ ਨੇ ਪਾਰਟੀ ਨੂੰ ਜਿਸ ਤਰ੍ਹਾਂ ਕੰਪਨੀ ਚਲਾਈਂਦੇ ਇਸ ਤਰ੍ਹਾਂ ਚਲਾਉਣਾ ਸ਼ੁਰੂ ਕਰਤਾ। ਡੈਮੋਕ੍ਰੈਟਿਕ ਸਿਸਟਮ ਕੋਈ ਰਿਹਾ ਹੀ ਨਹੀਂ ਔਰ ਆਪਣੀ ਮਰਜ਼ੀ ਨਾਲ ਹੀ ਉਹਨੇ ਸਾਰਾ ਕੁਝ ਸ਼ੁਰੂ ਕੀਤਾ। ਇਸ ਕਰਕੇ ਕੋਈ ਰਸਤਾ ਨਹੀਂ ਸੀ ਹੋਰ। ਸੋ ਸੁਖਦੇਵ ਸਿੰਘ ਢੀਂਡਸਾ ਵਰਗੇ ਹੀ ਅਜਿਹੇ ਸੀਨੀਅਰ ਲੀਡਰ ਸੀਗੇ ਜਿਨ੍ਹਾਂ ਦਾ ਇਹ ਮੰਨਣਾ ਸੀ ਕਿ ਅਕਾਲੀ ਦਲ ਜਿਹੜੀ ਮਨਸ਼ਾ ਨਾਲ ਬਣਾਇਆ ਗਿਆ ਸੀ ਉਹ ਆਪਣੇ ਰਾਹ ਤੋਂ ਭਟਕ ਗਿਆ ਤੇ ਇਹ ਹੁਣ ਸਿਰਫ ਔਰ ਸਿਰਫ ਇੱਕ ਬਾਦਲ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ। ਕਿਉਂਕਿ ਇਹ ਉਹੀ ਅਕਾਲੀ ਦਲ ਸੀ ਜਿਹੜਾ ਅਕਸਰ ਪੰਥ ਬਾਰੇ ਗੱਲ ਕਰਦਾ ਸੀ, ਜਿਹੜਾ ਅਕਸਰ ਕਿਸਾਨਾਂ ਦਾ ਹਮਾਇਤੀ ਹੁੰਦਾ ਸੀ। ਪਰ ਉਸ ਤੋਂ ਬਾਅਦ ਹੋਇਆ ਕਿ ਇਹ ਪਰਿਵਾਰ ਤੱਕ ਹੀ ਪਾਰਟੀ ਸੀਮਿਤ ਰਹਿ ਗਈ, ਯਾਨੀ ਜੋ ਵੀ ਪਰਿਵਾਰ ਦਾ ਡਿਸੀਜਨ ਹੋਏਗਾ ਉਹ ਪੂਰੀ ਪਾਰਟੀ ਤੇ ਲਾਗੂ ਕੀਤਾ ਜਾਏਗਾ ਤੇ ਹੋਇਆ ਵੀ ਇਹੀ। ਜਦੋਂ ਅਸੀਂ 15 ਸੀਟਾਂ ਹਾਰ ਗਏ, ਮੈਂ ਕੋਰ ਕਮੇਟੀ 'ਚ ਪਹਿਲੀ 'ਚ ਕਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਤੁਸੀਂ ਰਿਜ਼ਾਈਨ ਕਰ ਦਿਓ, ਲੇਕਿਨ ਰਿਜ਼ਾਈਨ ਕੀ ਕਰਨਾ, ਸਮਾਂ ਗੁੱਸੇ ਹੋ ਗਿਆ। ਇਸ ਕਰਕੇ ਮੈਂ ਸਮਝਦਾ ਫਿਰ ਹੋਰ ਕੋਈ ਰਸਤਾ ਨਹੀਂ ਸੀ ਅੱਡ ਹੋਣ ਦਾ। ਅੱਡ ਵੀ ਰਹੇ ਹੋਏ, ਫਿਰ ਦਿਨੋਂ ਦਿਨ ਹੁਣ SGPC ਜੋਰੋਂ ਇਕੱਠੇ ਹੋਣ ਲੱਗੇ ਕਪਲੇ। ਜਿਸ ਤਰ੍ਹਾਂ SGPC 'ਚ ਰੋਜ਼ ਕੋਈ ਨਾ ਕੋਈ ਪੈਸਿਆਂ ਦਾ ਰੋਜ਼ आ रहा है कि कितना कपला हो गया, कितना कपला हो गया। दरअसल ये पहली बार नहीं है जब अकाली दल में विघटन हुआ है। इससे पहले अकाली दल टकसाली और अब अकाली दल डेमोक्रेटिक रूप में दो धड़े बन चुके हैं। इससे लगातार अकाली दल के बीच में फूट पड़ रही है और उसका जनाधार कम हो रहा है। पंजाब के ग्रामीण क्षेत्रों में लगातार अकाली दल की लोकप्रियता घट रही है, जिसका सीधा सा फायदा कांग्रेस या आम आदमी पार्टी जैसी पार्टियों को हो सकता है। ਹੁਣ ਹਾਲਾਤ ਇਹ ਹੋ ਗਏ ਨੇ ਕਿ ਅਕਾਲੀ ਦਲ ਚੋਂ ਅਕਾਲੀ ਦਲ ਬਣਨੇ ਸ਼ੁਰੂ ਹੋ ਗਏ ਨੇ। ਚੋਣਾਂ ਭਾਵੇਂ 2022 ਵਿੱਚ ਹੋਣ ਪਰ ਇਸ ਨੂੰ ਲੈ ਕੇ ਅਜੇ ਤੋਂ ਸਿਆਸਤ ਭਖਣੀ ਸ਼ੁਰੂ ਹੋ ਗਈ ਹੈ, ਕਿਉਂਕਿ ਜਿਹੜੇ ਵਿਰੋਧੀ ਧਿਰ ਨੇ ਉਹ ਹੁਣ ਖੜੇ ਹੋ ਗਏ ਨੇ। ਇਹਨਾਂ ਵਿੱਚੋਂ ਇੱਕ ਆਮ ਆਦਮੀ ਪਾਰਟੀ ਦੀ ਗੱਲ ਆਪਾਂ ਕਰ ਲੈਂਦੇ ਹਾਂ, ਕਿਉਂਕਿ ਆਮ ਆਦਮੀ ਪਾਰਟੀ ਸਿੱਧੇ ਤੌਰ ਤੇ ਹੁਣ ਇਹ ਕਹਿਣ ਲੱਗੀ, ਖੁੱਲ੍ਹ ਕੇ ਬੋਲਣ ਲੱਗ ਗਈ ਹੈ ਕਿ ਇਹ ਹੁਣ ਅਕਾਲੀ ਦਲ ਨਹੀਂ ਬਲਕਿ ਖਾਲੀ ਦਲ ਹੋ ਚੱਲਾ ਹੈ। ਕਿਉਂ? क्योंकि सीनियर लीडर ते वड्डे बंदे सारे इन्हों छड़ के जा रहे हैं। जो श्रोमणी अकाली दल दो फाड़ हुआ है, ये बहुत अभी इसमें और कई इसके टुकड़े होने वाले हैं, क्योंकि आज जब 100 साल हो चुके अकाली दल को बने हुए और ये वो अकाली दल है जो बड़े संघर्षों में से निकल के आया था। पंजाबी और पंजाबियत की लड़ाई इन्होंने कई मोर्चे पे लड़ी है, लेकिन आज श्रोमणी अकाली दल क्योंकि सिर्फ एक परिवार की एक प्राइवेट लिमिटेड कंपनी बन के रह गया है, नए स्प्लिट के बाद जो कि ढींडसा साहब ने और बाकी सारे टकसाली अकालियों ने खड़ा किए, इनके अगेंस्ट अकाली दल और बहुत ज्यादा कमजोर होने जा रहा है। ਵੈਸੇ ਲੋਕਾਂ ਦੀ ਇੱਕ ਆਸਥਾ ਤੇ ਲੋਕਾਂ ਦੇ ਨਾਲ ਜੁੜੀ ਹੋਈ ਇਹ ਪਾਰਟੀ ਸੀ, ਪਰ ਕਿਸ ਤਰੀਕੇ ਨਾਲ ਇਸ ਪਾਰਟੀ ਨੇ ਆਪਣਾ ਰਸੂਖ ਗਵਾ ਲਿਆ ਇਹਦੀ ਵੀ ਗੱਲ ਆਪਾਂ ਕਰਦੇ ਹਾਂ। ਕਹਿਣ ਨੂੰ ਇਕੱਠੇ 10 ਸਾਲ ਤੱਕ ਪੰਜਾਬ ਤੇ ਰਾਜ ਕੀਤਾ, ਪੰਜਾਬ ਦੀ ਸਿਆਸਤ ਤੇ ਕਾਬਜ਼ ਰਹੇ, ਪਰ ਇਸ ਦੌਰਾਨ ਹੀ ਬੇਅਦਬੀ ਕਾਂਡ ਵਰਗੀਆਂ ਕਈ ਘਟਨਾਵਾਂ ਸਾਹਮਣੇ ਆਈਆਂ। ਇਸ ਦੌਰਾਨ ਹੀ ਕਿਸਾਨਾਂ ਦੀ ਸੁਸਾਈਡ ਵਰਗੇ ਕਈ ਮਾਮਲੇ ਸਾਹਮਣੇ ਆਏ। ਸੋ ਜਿਹੜੇ ਪਿੰਡਾਂ ਦੇ ਵਿੱਚ ਅਕਾਲੀ ਦਲ ਦੀ ਜਿਹੜੀ ਪਪੂਲੈਰਿਟੀ ਸੀ ਉਹ ਕਿਤੇ ਨਾ ਕਿਤੇ ਕਮਜ਼ੋਰ ਹੁੰਦੀ ਗਈ। ਇਹਦਾ ਨਤੀਜਾ ਇਹ ਹੋਇਆ ਕਿ ਅਸੀਂ ਪਿਛਲੀਆਂ ਚੋਣਾਂ ਵਿੱਚ ਵੇਖਿਆ ਕਿ ਕਿਸ ਤਰੀਕੇ ਨਾਲ, ਕਿਉਂਕਿ ਲੋਕਾਂ ਕੋਲ ਜ਼ਿਆਦਾ ਆਪਸ਼ਨ ਨਹੀਂ ਸੀ, ਆਪਾਂ ਵੇਖਿਆ ਵੀ ਪਿਛਲੀਆਂ ਚੋਣਾਂ ਵਿੱਚ ਉਹਨਾਂ ਨੇ ਅਕਾਲੀਆਂ ਨੂੰ ਪਰੇ ਕਰਕੇ ਤੇ ਕੈਪਟਨ ਸਾਹਿਬ ਨੂੰ ਕੁਰਸੀ ਤੇ ਬਿਠਾਇਆ। ਪਰ ਹੁਣ ਹਾਲਾਤ ਇਹ ਨੇ ਕਿ ਲੋਕਾਂ ਕੋਲ ਆਪਸ਼ਨ ਨਹੀਂ ਹੈਗਾ। ਲੋਕੀ ਪਹਿਲਾਂ ਇਹੀ ਕਹਿੰਦੇ ਸੀ ਵੀ ਜਾਂ ਤਾਂ ਅਕਾਲੀਆਂ ਨੂੰ ਵੋਟ ਦੇਵਾਂਗੇ ਤੇ ਜਾਂ ਦੇਵਾਂਗੇ ਕਾਂਗਰਸ ਨੂੰ ਵੋਟ। ਪਿਛਲੇ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਇੱਕ ਬਹੁਤ ਅੱਛਾ ਇੱਕ ਆਪਸ਼ਨ ਬਣ ਕੇ ਲੋਕਾਂ ਸਾਹਮਣੇ ਆਈ ਸੀ। ਅੱਛਾ, ਆਮ ਆਦਮੀ ਪਾਰਟੀ ਨੂੰ ਵੀ ਇਹ ਗੱਲ ਪਤਾ ਸੀ ਵੀ ਮਾਝੇ ਤੇ ਦੁਆਬੇ ਏਰੀਏ ਦੇ ਵਿੱਚ ਕਾਂਗਰਸ ਦੀ ਚੰਗੀ ਪਕੜ ਹੈ ਤੇ ਇਸ ਕਰਕੇ ਆਪਾਂ ਮਾਲਵੇ 'ਚ ਜਾਣਾ। ਕਿਉਂ? ਕਿਉਂਕਿ ਅਕਾਲੀਆਂ ਦੀ ਪਪੂਲੈਰਿਟੀ ਘੱਟ ਹੋ ਰਹੀ ਹੈ ਤੇ ਉੱਥੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਆਪਣੀ ਪਪੂਲੈਰਿਟੀ ਕਾਇਮ ਕਰਨ 'ਚ ਆਮ ਆਦਮੀ ਪਾਰਟੀ ਕਾਮਯਾਬ ਰਹੀ ਵੀ।
ਪਰ ਇਸ ਵਾਰੀ ਆਮ ਆਦਮੀ ਪਾਰਟੀ ਵੀ ਪੂਰਾ ਜ਼ੋਰ ਲਾ ਰਹੀ ਹੈ ਤੇ ਉਧਰੋਂ ਬੀਐਸਪੀ ਦੇ ਲੀਡਰ ਵੀ ਮਾਇਆਵਤੀ ਕਹਿ ਚੁੱਕੀ ਹੈ ਕਿ ਕਿਤੇ ਨਾ ਕਿਤੇ ਜਿਸ ਤਰੀਕੇ ਨਾਲ ਲੋਕਾਂ ਨਾਲ ਜ਼ਿਆਦਤੀਆਂ ਹੋਈਆਂ ਨੇ ਉਹਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਵੀ ਲੋਕਾਂ ਦੇ ਵਿੱਚ ਜਾ ਕੇ ਖੜੀ ਹੋਏਗੀ इस बार। भारतीय जनता पार्टी के कई वरिष्ठ नेता कह चुके हैं कि भविष्य में वो अलग से या बिना किसी गठबंधन के ही चुनाव लड़ना चाहती है। अब ऐसी स्थिति को भांपते हुए कई छोटे दल भारतीय जनता पार्टी की तरफ डोरे डाल रहे हैं। देखना दिलचस्प होगा कि क्या भारतीय जनता पार्टी और शिरोमणि अकाली दल का गठबंधन बरकरार रहता है या फिर भारतीय जनता पार्टी दूसरे दलों से गठबंधन बनाती है। 2017 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਗੱਲ ਕਰ ਲੈਂਦੇ ਹਾਂ, ਜਿੱਥੇ ਅਕਾਲੀ ਦਲ ਨੂੰ 41 ਸੀਟਾਂ ਤੇ ਨੁਕਸਾਨ ਹੋਇਆ ਸੀ। ਉਸ ਦਾ ਵੋਟ ਬੈਂਕ ਖਿਸਕ ਕੇ 25.33% ਤੱਕ ਪਹੁੰਚ ਗਿਆ ਸੀ, ਜਦੋਂ ਕਿ ਪਹਿਲੀ ਵਾਰੀ ਚੋਣ ਲੜ ਰਹੀ ਆਮ ਆਦਮੀ ਪਾਰਟੀ 20 ਸੀਟਾਂ ਜਿੱਤ ਕੇ 23.8% ਤੇ ਵੋਟ ਸ਼ੇਅਰ ਬਣਾਉਣ ਤੇ ਕਾਮਯਾਬ ਰਹੀ ਸੀ। ਹੁਣ ਦੂਜੇ ਪਾਸੇ 10 ਸਾਲ ਤੱਕ ਸਿਆਸਤ ਤੋਂ ਬਾਹਰ ਰਹੀ ਸੀ ਕਾਂਗਰਸ, ਪਰ ਕਾਂਗਰਸ ਨੇ 71 ਸੀਟਾਂ ਜਿੱਤ ਕੇ ਆਪਣਾ ਵੋਟ ਬੈਂਕ ਹੋਰ ਵਧਾਇਆ ਸੀ। 38.64% ਤੇ ਆ ਗਿਆ ਸੀ ਕਾਂਗਰਸ ਦਾ ਵੋਟ ਬੈਂਕ। ਤੋ ਸਿਆਸੀ ਮਾਹਰਾਂ ਦਾ ਇਹੀ ਮੰਨਣਾ ਹੈ ਕਿ ਜਿਹੜਾ ਅਕਾਲੀਆਂ ਦਾ ਵੋਟ ਬੈਂਕ ਖਿਸਕਿਆ, ਇਹਦਾ ਸਿੱਧਾ ਫਾਇਦਾ ਕਿਤੇ ਨਾ ਕਿਤੇ ਕਾਂਗਰਸ ਨੂੰ ਹੋਇਆ ਤੇ ਇਸੇ ਕਰਕੇ ਕਾਂਗਰਸ ਸਰਕਾਰ ਬਣਾਉਣ 'ਚ ਕਾਮਯਾਬ ਰਹੀ। ਪਰ ਹੁਣ ਵੱਡਾ ਸਵਾਲ ਇਹ ਹੈ ਵੀ ਕਾਂਗਰਸ ਨੇ ਸਰਕਾਰ ਤਾਂ ਬਣਾ ਲਈ, ਪਰ ਜਿਹੜੀਆਂ ਗੱਲਾਂ ਨੂੰ ਲੈ ਕੇ ਲੋਕੀ ਅਕਾਲੀ ਦਲ ਤੋਂ ਨਾਰਾਜ਼ ਸੀਗੇ ਕਿ ਕਾਂਗਰਸ ਨੇ ਉਹ ਵਾਅਦੇ ਪੂਰੇ ਕੀਤੇ ਜਾਂ ਨਹੀਂ ਕੀਤੇ। ਸੋ ਜੇ ਕਾਂਗਰਸ ਨੇ ਵੀ ਉਹ ਵਾਅਦੇ ਪੂਰੇ ਨਹੀਂ ਕੀਤੇ ਤੇ ਹੁਣ ਅੱਗੇ ਜਾ ਕੇ ਲੋਕਾਂ ਕੋਲ ਆਪਸ਼ਨ ਕੀ ਰਹੇਗਾ। ਵੈਸੇ ਪੰਜਾਬ 'ਚ ਗੱਲਾਂ ਇਹ ਵੀ ਆ ਰਹੀਆਂ ਨੇ ਕਿ ਜਿਸ ਹਿਸਾਬ ਨਾਲ ਲੋਕੀ ਅਕਾਲੀਆਂ ਤੋਂ ਨਾਰਾਜ਼ ਨੇ ਤੇ ਜਿਸ ਹਿਸਾਬ ਨਾਲ ਢੀਂਡਸਾ ਸਾਹਿਬ ਨੇ ਵੱਖਰਾ ਅਕਾਲੀ ਦਲ ਬਣਾ ਰਿਹਾ ਹੈ, ਉਸ ਤੋਂ ਬਾਅਦ ਇਹ ਵੀ ਹੋ ਸਕਦਾ ਹੈ ਕਿ ਸੈਂਟਰ ਯਾਨੀ ਕਿ ਬੀਜੇਪੀ ਦੇ ਨਾਲ ਜਿਹੜਾ ਅਕਾਲੀ ਦਲ ਬਾਦਲ ਦਾ ਅਲਾਇੰਸ ਹੈ ਉਹਦੇ ਤੇ ਵੀ ਕੁਐਸਚਨ ਮਾਰਕ ਲੱਗੇ ਨੇ। ਸੋ ਜੇ ਉਹ ਅਲਾਇੰਸ ਟੁੱਟਦਾ ਹੈ ਤੇ ਇਹਦਾ ਫਾਇਦਾ ਕਿਹਨੂੰ ਹੋਏਗਾ ਤੇ ਕੌਣ ਬੀਜੇਪੀ ਦੇ ਨਾਲ ਜਾਣਾ ਚਾਹੇਗਾ ਤੇ ਕਿਸ ਤਰੀਕੇ ਨਾਲ ਬੀਜੇਪੀ ਆਪਣੀ ਪਪੂਲੈਰਿਟੀ ਜਾਂ ਕਹੀਏ ਕਿ ਆਪਣਾ ਝੰਡਾ ਪੰਜਾਬ 'ਚ ਗੜਨ 'ਚ ਕਾਮਯਾਬ ਹੋਏਗੀ। ਸੋ ਇਸ ਨੂੰ ਲੈ ਕੇ ਜਦੋਂ ਅਸੀਂ ਢੀਂਡਸਾ ਸਾਹਿਬ ਨਾਲ ਗੱਲ ਕੀਤੀ ਤੇ ਆ ਸੁਣੋ ਕੀ ਕਹਿੰਦੇ ਹੋ। ਮੈਂ ਤਾਂ ਬਹੁਤ ਵਾਰੀ ਕਹਿ ਚੁੱਕਿਆ ਕਿ ਦੁਨੀਆ ਨੂੰ ਪਤਾ ਕੌਣ ਮਿਲਿਆ ਹੋਇਆ ਕਾਂਗਰਸ ਨਾਲ। ਸਾਰੇ ਦੁਨੀਆ ਨੂੰ ਪਤਾ ਕਿ ਸੁਖਬੀਰ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਘਿਓ ਚੜੀ ਨੇ। ਅੱਜ ਤੱਕ ਸੁਖਬੀਰ ਸਿੰਘ ਬਾਦਲ ਤੇ ਨਾ ਉਹਨਾਂ ਦੀ ਬੱਸਾਂ ਤੇ ਨਾ ਕੋਈ ਕੇਬਲ ਤੇ ਨਾ ਕਿਸੇ ਹੋਰ ਗੱਲ ਤੇ ਕੋਈ ਫਰਕ ਨਹੀਂ ਪਿਆ ਤੇ ਉਵੇਂ ਜਿਵੇਂ ਉਹਨਾਂ ਦਾ ਕੰਮ ਚੱਲਦਾ ਹੈ ਤੇ ਫਿਰ ਉਹ ਮਿਲੇ ਹੋਏ, ਉਹ ਨਹੀਂ ਕਿ ਅਸੀਂ ਮਿਲੇ ਹੋਏ ਹਾਂ। ਨੰਬਰ 2 ਹੈ, ਕੋਈ ਮੈਨੂੰ ਕਹਿੰਦਾ ਬੀਜੇਪੀ ਨਾਲ ਮਿਲਿਆ, ਕੋਈ ਕਹਿੰਦਾ ਕਾਂਗਰਸ ਨਾਲ ਮਿਲਿਆ, ਕੋਈ ਕਹਿੰਦਾ ਆਮ ਆਦਮੀ ਪਾਰਟੀ ਨਾਲ ਹੈ। ਲੇਕਿਨ ਸਾਡਾ ਮਕਸਦ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਉਹਨਾਂ ਲੀਹਾਂ ਤੇ ਲਿਆਉਣ ਦਾ ਯਤਨ ਕਰਨਾ ਜਿਨ੍ਹਾਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ। ਹੁਣ ਜਦੋਂ ਇੰਨਾ ਕੁਝ ਹੋ ਰਿਹਾ ਹੈ ਤੇ ਅਕਾਲੀ ਦਲ ਦੀ ਗੱਲ ਵੀ ਸੁਣ ਲੈਣੀ ਚਾਹੀਦੀ ਹੈ। ਤੇ ਜਦੋਂ ਉਹਨਾਂ ਨੂੰ ਅਸੀਂ ਪੁੱਛਿਆ ਵੀ ਇਹ ਚੱਲ ਕੀ ਰਿਹਾ ਹੈ ਪੰਜਾਬ 'ਚ, ਉਹਨਾਂ ਨੇ ਕਿਹਾ ਵੀ ਇਹ ਸਾਰਾ ਕੁਝ ਇਲੀਗਲ ਹੋ ਰਿਹਾ ਹੈ ਤੇ ਇਹ ਸਿਰਫ ਸਾਡੀ ਇਮੇਜ ਨੂੰ ਡੈਂਟ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਆਉਣ ਵਾਲੇ ਸਮੇਂ 'ਚ ਜਾਂ ਫਿਰ ਕਹੀਏ ਕਿ ਆਉਣ ਵਾਲੀਆਂ ਚੋਣਾਂ 'ਚ ਵਿਧਾਨ ਸਭਾ ਚੋਣਾਂ 'ਚ ਕੀ ਅਕਾਲੀ ਦਲ ਤੇ ਬੀਜੇਪੀ ਦਾ ਅਲਾਇੰਸ ਰਹੇਗਾ ਜਾਂ ਫਿਰ ਬੀਜੇਪੀ ਕਿਸੇ ਹੋਰ ਪਾਰਟੀ ਨਾਲ ਅਲਾਇੰਸ ਕਰੇਗੀ ਤੇ ਅਕਾਲੀ ਦਲ ਦਾ ਕੀ ਹੋਏਗਾ। ਇਹ ਬੜੇ ਸਾਰੇ ਇਹੋ ਜਿਹੇ ਕੁਐਸਚਨ ਹੈ ਜਿਹਦਾ ਜਵਾਬ ਅਸੀਂ ਸਮੇਂ ਤੇ ਰਹਿਣ ਦਈਏ ਤੇ ਠੀਕ ਹੋਏਗਾ।